ਨਮਸਕਾਰ, ਓਮ ਸ਼ਾਂਤੀ ਤੇ ਨਾਲੇ ਸਤਿ ਸ੍ਰੀ ਅਕਾਲ। ਸਤਿਗੁਰੂ ਕਰਤਾ ਪੁਰਖ ਸੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਭਾਈ ਸਾਹਿਬ। ਬਹੁਤ ਬਹੁਤ ਧੰਨਵਾਦ। ਓਮ ਸ਼ਾਂਤੀ ਤੇ ਸਤਿ ਸ੍ਰੀ ਅਕਾਲ। ਜੀ ਭਾਈ ਸਾਹਿਬ। ਭਾਈ ਸਾਹਿਬ, ਮੈਨੂੰ ਇੱਕ ਪ੍ਰਸ਼ਨ ਆਇਆ ਕਿ ਕਰਮ ਜੇ ਹੈ ਉਹਦਾ ਵਿਧੀ ਵਿਧਾਨ ਹੈ ਤੇ ਸੁੱਖ ਦੇਵੋਗੇ ਤਾਂ ਸੁੱਖ ਮਿਲੂਗਾ, ਦੁੱਖ ਦੇਵੋਗੇ ਤਾਂ ਦੁੱਖ ਮਿਲੂਗਾ। ਤੇ ਜਿਹੜਾ ਹਰ ਪ੍ਰਾਣੀ ਇਸ ਤੇ ਪ੍ਰਭਾਵਿਤ ਹੋ ਜਾਂਦਾ, ਇਹ ਕਿਆ ਗੱਲ ਹੈ? ਮਤਲਬ ਦੁੱਖ ਦੇਣਾ, ਦੁੱਖ ਸੁੱਖ ਲੈਣਾ, ਕਿਆ ਜੀਵਨ 'ਚ ਸਾਡੇ 'ਚ ਸਿਰਫ ਸੁੱਖ ਨਹੀਂ ਹੋ ਸਕਦਾ ਜਾਂ ਦੁੱਖ ਵੀ ਕੁਝ ਲਿਖ ਕੇ ਆਇਆ? ਇਹ ਕਰਮ 'ਚ ਕਿੱਦਾਂ ਆਉਂਦਾ ਫਿਰ ਸੁੱਖ ਔਰ ਦੁੱਖ? ਜਦੋਂ ਈਸ਼ਵਰੀ ਗਿਆਨ ਨੂੰ ਅੱਛੀ ਤਰ੍ਹਾਂ ਸਮਝ ਕਰਕੇ ਔਰ ਈਸ਼ਵਰੀ ਗਿਆਨ ਦੇ ਅਨੁਸਾਰ ਕਹੋ ਜਾਂ ਪਰਮ ਪਿਤਾ ਪਰਮਾਤਮਾ ਦੀ ਸ਼੍ਰੀਮਤ ਦੇ ਅਨੁਸਾਰ ਅਗਰ ਆਪਣੇ ਮਨ 'ਚ ਸੰਕਲਪ ਕਰਨਗੇ ਤੇ ਮਨ ਬੜਾ ਖੁਸ਼ ਰਹੇਗਾ। ਬਾਣੀ ਅੱਛੀ ਬਾਣੀ ਬੋਲਣਗੇ ਤੇ ਉਹਦਾ ਵੀ ਬਹੁਤ ਬੜਾ ਸੁੱਖ ਮਿਲੇਗਾ। ਔਰ ਇਸੇ ਤਰ੍ਹਾਂ ਹੀ ਭਲਾਈ ਦਾ ਕੰਮ ਕਰਨਗੇ, ਕਿਸੇ ਦੇ ਮਤਲਬ ਕਿਸੇ ਦੇ ਆਵਸ਼ਕਤਾ ਅਨੁਸਾਰ, ਸਮੇਂ ਅਨੁਸਾਰ ਕਿਸੇ ਦੀ ਮਦਦ ਕੀਤੀ ਤੇ ਉਹਦੇ 'ਚ ਵੀ ਬਹੁਤ ਆਪਣੇ ਮਨ ਨੂੰ ਸਕੂਨ ਮਿਲਦਾ ਹੀ। ਕੋਈ ਵੀ ਕਰਮ ਅਸੀਂ ਕਰੀਏ ਤੇ ਪਹਿਲੇ ਸੋਚਣਾ ਪੈਂਦਾ ਹੀ ਕਿ ਇਹਦਾ ਰਿਜ਼ਲਟ ਕੀ ਹੋਏਗਾ। ਜੋ ਕਰਮ ਅਸੀਂ ਕਰੀਏ ਅਗਰ ਅਸੀਂ ਸੋਚ ਵਿਚਾਰ ਕਰਕੇ ਕਰਾਂਗੇ, ਆਦ ਮੱਧ ਅੰਤ ਦੀ ਸੋਚ ਕਰਕੇ ਇਹੋ ਜਿਹਾ ਕਰਮ ਕਰੀਏ ਕਿ ਜਿਹੜਾ ਆਦ 'ਚ ਵੀ ਸੁੱਖ ਦੇ, ਜੁਗਾਦ 'ਚ ਵੀ ਸੁੱਖ ਦੇ। ਗੁਰਬਾਣੀ ਚਾਹੁੰਦਾ ਨਾ, ਆਦ ਸੱਚ ਜੁਗਾਦ ਸੱਚ, ਹੋਸੀ ਵੀ ਸੱਚ ਹੋ। ਤੇ ਉਹ ਚੀਜ਼ ਆਪਣੇ ਧਿਆਨ 'ਚ ਰਹੇ ਅਗਰ, ਉਹਦੇ ਵਾਸਤੇ ਥੋੜ੍ਹੀ ਤਪੱਸਿਆ ਜ਼ਰੂਰ ਕਰਨੀ ਪੈਂਦੀ। ਇਹ ਜਿਹੜਾ ਇਸ ਵੇਲੇ ਸਮੇਂ ਹੈਗਾ ਕਲਯੁਗ ਦਾ ਜੀ, ਤੇ ਇਹਦੇ ਵਿੱਚ ਮਾਇਆ ਜਿਹਨੂੰ ਕਹਿੰਦੇ ਨਾ, ਪੰਜ ਵਿਕਾਰ, ਉਹਨਾਂ ਦਾ ਬੜਾ ਜ਼ੋਰ ਬੋਲਬਾਲਾ ਵੀ ਹੈ। ਅੱਜ ਦੀ ਬਾਣੀ ਤੁਸੀਂ ਪੜ੍ਹੀ ਹੋਏਗੀ, ਸੁਣੀ ਹੋਏਗੀ। ਜੀ ਜੀ। ਉਹਦੇ 'ਚ ਖਾਸ ਬਾਬਾ ਨੇ ਬੱਚਿਆਂ ਨੂੰ ਤਾਕੀਦ ਕੀਤੀ ਹੈ। ਕਈ ਬੱਚੇ ਸ਼ੁਰੂ 'ਚ ਬਹੁਤ ਮੰਗ ਚਾਹੁੰਦੇ ਆ, ਬੜੀ ਉਚਾਈ 'ਚ ਜਾਂਦੇ ਨੇ, ਲੇਕਿਨ ਫਿਰ ਉਹ ਪੰਜ ਵਿਕਾਰ ਰੂਪੀ ਮਾਇਆ ਉਹਨਾਂ ਨੂੰ ਗਲਤ ਰਸਤੇ 'ਤੇ ਲੈ ਜਾਂਦੀ ਤੇ ਫਿਰ ਉਹ ਦੁਖੀ ਹੁੰਦੇ ਆ। ਬਿਲਕੁਲ ਸਿੱਧੀ ਗੱਲ। ਅਗਰ ਇਹ ਨਿਸ਼ਚੈ ਪੱਕਾ ਹੋ ਜਾਏ ਕਿ ਇਸ ਵੇਲੇ ਸਾਰੇ ਸ੍ਰਿਸ਼ਟੀ ਚੱਕਰ ਦਾ ਸਭ ਤੋਂ ਸ੍ਰੇਸ਼ਟ ਸਮੇਂ ਜਿਹੜਾ ਹੀ, ਜਿਹਨੂੰ ਅਸੀਂ ਕਹਿੰਦੇ ਹਾਂ ਕਲਯੁਗ ਦੀ ਅੰਤ ਔਰ ਸਤਯੁਗ ਦੀ ਆਦ ਦਾ ਪੁਰਸ਼ੋਤਮ ਸੰਗਮ ਯੁੱਗ, ਜਿਹਨੂੰ ਅਸੀਂ ਡਾਇਮੰਡ ਏਜ ਕਹਿੰਦੇ ਹਾਂ, ਕਿਉਂਕਿ ਸਤਯੁਗ ਨੂੰ ਗੋਲਡਨ ਏਜ ਕਹਿੰਦੇ ਆ, ਤ੍ਰੇਤਾ ਨੂੰ ਸਿਲਵਰ ਏਜ ਕਹਿੰਦੇ ਆ, ਦੁਆਪਰ ਨੂੰ ਕਾਪਰ ਏਜ ਕਹਿੰਦੇ ਆ, ਕਲਯੁਗ ਨੂੰ ਆਇਰਨ ਏਜ ਕਹਿੰਦੇ ਆ। ਔਰ ਇਹ ਕਲਯੁਗ ਦਾ ਵੀ ਅੰਤਿਮ ਸਮੇਂ ਹੈ, ਜਦੋਂ ਸਵਯੰ ਪਰਮ ਪਿਤਾ ਪਰਮਾਤਮਾ ਸ਼ਿਵ ਇਸ ਸ੍ਰਿਸ਼ਟੀ 'ਤੇ ਅਵਤਰਿਤ ਹੁੰਦੇ ਨੇ। ਬ੍ਰਹਮਾ ਬਾਬਾ ਦੇ ਜ਼ਰੀਏ ਇਹ ਸਭ ਤੋਂ ਸ੍ਰੇਸ਼ਟ ਗਿਆਨ ਜਿਹੜਾ ਹੈ, ਕਰਮ ਅਕਰਮ ਵਿਕਰਮ ਸ੍ਰੇਸ਼ਟ ਕਰਮ, ਉਸ ਦਾ ਬੜੀ ਗਹਿਰਾਈ 'ਚ ਗਿਆਨ ਦਿੰਦੇ ਨੇ। ਤੇ ਉਹ ਗਿਆਨ ਨੂੰ ਅੱਛੀ ਤਰ੍ਹਾਂ ਸਮਝ ਕਰਕੇ ਔਰ
ਇੱਕ ਮਨ 'ਚ ਕਲੈਰਿਟੀ ਲਿਆਈਏ ਕਿ ਅਸੀਂ ਥੋੜ੍ਹੀ ਹਿੰਮਤ ਰੱਖੀਏ, थोड़ा दृढ़ विश्वास रखिए और थोड़ा दृढ़ संकल्प रखिए कि असी जो राइटियस गल है वो करांगे, जो अनराइटियस है उस तो परहेज करांगे। जी। ਤੇ ਭਾਜੀ ਇਸ 'ਚ ਇੱਕ ਗੱਲ ਇਹ ਵੀ ਆਉਂਦੀ ਕਿ ਬਿਨਾਂ ਸੋਚੇ ਸਮਝੇ ਜਾਂ ਵਿਚਾਰ ਕਰੇ ਕਰਮ ਕਰਦੇ ਕਿਸੇ ਆਤਮਾ ਨੂੰ ਦੁੱਖ ਹੁੰਦਾ, ਉਹ ਵੀ ਪਾਪ ਕਰਮ ਹੁੰਦਾ। ਉਹ ਕਿੱਦਾਂ ਬਿਨਾਂ ਸੋਚੇ ਸਮਝੇ ਅਸੀਂ ਬਿਨਾਂ ਸੋਚੇ ਸਮਝੇ ਤੇ ਪਾਪ ਹੀ ਹੋਏਗਾ ਨਾ। ਮਤਲਬ ਅਸੀਂ ਕਿਸੇ ਆਤਮਾ ਦੇ ਪ੍ਰਤੀ ਕੁਝ ਗਲਤ ਨਹੀਂ ਸੋਚਿਆ, ਕੁਝ ਭਲਾਈ ਕਰਨੇ ਦਾ ਸੋਚਿਆ ਔਰ ਹੋ ਜਾਂਦਾ ਕੁਝ ਗਲਤ, ਫਿਰ ਬੋਲਦੇ ਕਿ ਉਹ ਵੀ ਪਾਪ ਕਰਮ। ਤੁਸੀਂ ਭਲਾਈ ਦਾ ਸੋਚਿਆ ਤਾਂ ਫਿਰ ਗਲਤ ਨਹੀਂ ਹੋਏਗਾ, ਫਿਰ ਗਲਤ ਨਹੀਂ ਹੋਏਗਾ। ਤੇ ਇਹਦਾ ਮਤਲਬ ਹੈ ਕਿ ਕੁਝ ਮਿਕਸਚਰ ਹੈ, ਕੋਈ ਥੋੜਾ ਸਵਾਰਥ ਹੋ ਸਕਦਾ ਜੀ, ਥੋੜਾ ਕੋਈ ਅਹੰਕਾਰ ਆ ਸਕਦਾ, ਅੱਛਾ, ਥੋੜਾ ਕਿਤੇ ਲਾਲਚ ਆ ਸਕਦਾ। ਤੇ ਉਸ ਕਰਕੇ ਅਗਰ ਉਹਨਾਂ ਮਤਲਬ ਪੰਜ ਵਿਕਾਰਾਂ ਚੋਂ ਕਿਸੇ ਵੀ ਵਿਕਾਰ ਦਾ ਅਗਰ ਇਨਫਲੂਐਂਸ ਹੈਗਾ ਤੇ ਫਿਰ ਉਹ ਕਰਮ ਜਿਹੜਾ ਹੀ ਉਹ ਦੁੱਖ ਦੇਣ ਵਾਲਾ ਹੀ ਹੋਏਗਾ, ਫਿਰ ਸੁੱਖ ਨਹੀਂ। ਉਹਨੂੰ ਕਿਹਾ, ਬਾਬਾ ਨੇ ਕਿਹਾ ਹੀ ਅਲਪ ਕਾਲ ਦਾ ਸੁੱਖ ਹੋਏਗਾ ਲੇਕਿਨ ਬਹੁਤ ਕਾਲ ਵਾਸਤੇ ਫਿਰ ਦੁੱਖ। ਤੇ ਇਹ ਤਾਂ ਬੜੀ ਸਿੱਧੀ ਜੀ ਗੱਲ ਹੈ। ਮੈਂ ਤਾਂ ਕਹਿਣਾ ਹੀ ਕਿ ਬ੍ਰਹਮਾ ਕੁਮਾਰ ਹੋਣਾ ਸਭ ਤੋਂ ਉੱਚ ਸੁਭਾਗਯ ਹੈ, ਕਿਉਂਕਿ ਸਾਨੂੰ ਇਹੋ ਜਿਹਾ ਸत्य ਗਿਆਨ ਮਿਲਿਆ ਹੀ ਔਰ ਸ੍ਰੇਸ਼ਟ ਕਰਮ ਕਰਨ ਵਾਸਤੇ ਸਾਨੂੰ ਬਾਬਾ ਦੀ ਯਾਦ ਦੀ ਸ਼ਕਤੀ ਮਿਲਦੀ ਹੈ। ਨਹੀਂ ਤੇ ਅੱਜ ਦੇ ਯੁੱਗ 'ਚ ਕਈ ਲੋਕ ਆਪਣਾ ਲਿਖ ਕਰਕੇ ਵੀ ਕਿ ਹੁਣ ਅਸੀਂ ਇਹੋ ਜਿਹਾ ਅੱਛਾ ਕੰਮ ਕਰਾਂਗੇ, ਇਹੋ ਜਿਹਾ ਕਰ, ਉਹ ਸੁਬਹ ਲਿਖਦੇ ਆ, ਸ਼ਾਮ ਤਾਈਂ ਸਭ ਭੁੱਲ ਜਾਂਦਾ ਹੈ, ਕੁਝ ਹੋਰ ਹੀ ਕਰਕੇ ਆ ਜਾਂਦੇ ਆ। ਤੇ ਇਸ ਕਰਕੇ ਸਵੇਰੇ ਬੁੱਧੀ ਨੂੰ ਬੜਾ ਬਲ ਚਾਹੀਦਾ ਹੈ। ਇੱਕ ਤੇ ਯੋਗ ਦੇ ਜ਼ਰੀਏ, ਈਸ਼ਵਰੀ ਯਾਦ ਦੇ ਜ਼ਰੀਏ ਬੁੱਧੀ ਬੜੀ ਸਪਸ਼ਟ ਚਾਹੀਦੀ ਹੈ, ਸਾਫ਼ ਚਾਹੀਦੀ ਹੈ, ਪਵਿੱਤਰ ਚਾਹੀਦੀ ਹੈ, ਪਾਵਨ ਚਾਹੀਦੀ ਹੈ। ਔਰ ਦੂਸਰਾ ਹੈ ਫਿਰ ਗਿਆਨ ਨੂੰ ਵੀ, ਜੋ ਗਿਆਨ ਬਾਣੀ ਹੈ, ਮੁਰਲੀ ਹੈ, ਉਸ ਨੂੰ ਵੀ ਅੱਛੀ ਤਰ੍ਹਾਂ ਸਟੱਡੀ ਕਰਨਾ ਚਾਹੀਦਾ ਹੈ। ਅੱਜ ਮੈਂ ਕਿਸੇ ਨੂੰ ਸੁਣਾ ਰਿਹਾ ਸੀ ਜੀ, ਦਾਦੀ ਔਰ ਦੀਦੀ ਦਾ ਆਪਸ 'ਚ ਕਦੀ ਡਾਇਲੋਗ ਹੁੰਦੀ ਸੀ, ਚਿਟ ਚੈਟ ਹੁੰਦੀ ਸੀ। ਤੇ ਉਹ ਹਮੇਸ਼ਾ ਕਹਿੰਦੇ ਸੀ ਵੀ ਅੱਜ ਦੀ ਮੁਰਲੀ 'ਚ ਦੇਖੋ, ਇਤਨੀ ਵੱਡੀ ਉਮਰ 'ਚ ਵੀ ਮਨਮੋਹਿਨੀ ਦੀਦੀ ਔਰ ਪ੍ਰਕਾਸ਼ ਮਣੀ ਦਾਦੀ मम्मा बाबा दे क्लास चो नीचे बैठ करके अपनी डायरी ले करके नोट्स लिखते सी और फिर आपस च ਉਹਨੂੰ ਬੈਡਮਿੰਟਨ ਕਹਿੰਦੇ ਸੀ, ਖੇਲਣੀ ਆ ਗਿਆਨ ਦੀ ਬੈਡਮਿੰਟਨ। ਅੱਛਾ, ਕੁਐਸਚਨ ਆਨਸਰ ਤੇ ਬੜਾ ਹੀ ਇੱਕ ਰਮਣੀਕ ਵਾਤਾਵਰਣ ਵੀ ਬਣਦਾ ਸੀ ਔਰ ਗਿਆਨ ਜੋ ਸੁਣਿਆ ਉਹ ਉਹਦੀ ਗਹਿਰਾਈ 'ਚ ਵੀ ਜਾਂਦੇ ਸੀ, ਰੈਪੀਟੀਸ਼ਨ ਵੀ ਕਰਦੇ ਸੀ। ਤੇ ਇਸ ਕਰਕੇ ਫੋਲੋ ਬੜੀ ਦੀਦੀ ਔਰ ਦਾਦੀ ਜੀ, ਵੈਸੇ ਤੇ ਫੋਲੋ ਫਾਦਰ ਐਂਡ ਮਦਰ ਵੀ ਕਿਹਾ ਜਾਂਦਾ ਹੈ। ਹਾਂਜੀ ਭਾਜੀ, ਜਿੱਦਾਂ ਤੁਸੀਂ ਬੋਲਿਆ ਕਿ ਬਾਬਾ ਦੀ ਯਾਦ ਸਵੇਰੇ ਉੱਠ ਕੇ, ਤੇ ਜਿਹੜੇ ਅਸੀਂ ਅੰਮ੍ਰਿਤ ਵੇਲਾ ਕਰਦੇ 3 ਤੇ 4 ਜਾਂ 4 ਤੇ 5, ਉਹੀ ਇੱਕ ਅੱਛਾ ਸਮਾਂ ਹੁੰਦਾ। ਲੇਕਿਨ ਮੰਨ ਲਓ ਤੁਸੀਂ ਕਿ 4 ਤੇ 4:15 ਜਾਂ 4:20 ਤੱਕ ਅਸੀਂ ਯੋਗ ਕੀਤਾ, ਲੇਕਿਨ ਉਸ ਤੋਂ ਬਾਅਦ ਜਿਹੜੇ ਝੁਟਕੇ ਆਉਣ ਲੱਗਦੇ, ਤਾਂ ਕਿਆ ਸਮਝੋਗੇ ਕਿ ਜਿਹੜਾ ਥੋੜਾ ਜਿਹਾ ਸਮਾਂ ਪਿੱਛੇ ਗਿਆ ਉਹ ਸਿਰਫ ਯਾਦ ਰਹੀ
ਜਾਂ ਕੁਝ ਪਲਾਂ ਵਾਸਤੇ ਛੁਟਕਾ ਆ ਗਿਆ, ਉਹ ਸਾਡੀ ਯਾਦ ਖਤਮ ਹੋ ਗਈ? ਨਹੀਂ, ਅਗਰ ਦਿਲਚਸਪੀ ਬਣੀ ਰਹੇ ਜੀ ਔਰ ਦਿਲਚਸਪੀ ਦੇ ਨਾਲ ਨਾਲ ਸਾਡਾ ਲਕਸ਼ ਜਿਹੜਾ ਹੀ ਕਿ ਅਸੀਂ ਅੰਮ੍ਰਿਤ ਵੇਲੇ ਯਾਦ 'ਚ ਬੈਠਾਂਗੇ, ਤੇ ਯਾਦ ਦਾ ਮਤਲਬ ਹੀ ਹੈ ਬਾਬਾ ਦੇ ਸਮਾਨਤਾ 'ਚ ਜਾਣਾ। ਅੱਛਾ। ਜੋ ਈਸ਼ਵਰੀ ਗੁਣ ਹੈਗੇ ਆ ਸ਼ਿਵ ਬਾਬਾ ਦੇ, ਉਹ ਸਾਗਰ ਸਮਾਨ ਹੈ ਜੀ ਤੇ ਅਸੀਂ ਆਪਣੇ ਆਪ ਨੂੰ ਵੀ ਭਰਪੂਰ ਕਰਨਾ ਉਹਦੇ ਨਾਲ। ਔਰ ਉਹਦੇ ਜਦੋਂ ਤੁਸੀਂ ਉਹ ਜਿਸ ਤਰ੍ਹਾਂ ਕੋਈ ਖਜ਼ਾਨਾ ਜਮ੍ਹਾਂ ਕਰਦਾ ਹੀ ਤੇ ਇੱਕ ਨਸ਼ਾ ਤੇ ਚੜ੍ਹਦਾ ਹੀ ਨਾ, ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਹੀ ਅਗਰ ਉਹ ਤੁਹਾਨੂੰ ਨਸ਼ਾ ਨਾਲ ਨਾਲ ਚੜ੍ਹਦਾ ਰਹੇ, ਖੁਸ਼ੀ 'ਚ ਰਹੋ ਔਰ ਉਹਨੂੰ ਐਪਰੀਸ਼ੀਏਟ ਕਰੋ ਮਨ 'ਚ, ਬਾਬਾ ਨੂੰ ਹੀ ਸਾਹਮਣੇ ਰੱਖ ਕੇ, ਬਾਬਾ ਅੱਜ ਬਹੁਤ ਸੁੱਖ ਮਿਲ ਰਿਹਾ ਹੈ, ਅੱਜ ਬਹੁਤ ਸ਼ਾਂਤੀ ਮਿਲ ਰਹੀ ਹੈ, ਬੜਾ ਆਨੰਦ ਆ ਰਿਹਾ, ਸਾਰੇ ਵਿਸ਼ਵ ਦੀ ਸੇਵਾ ਵਾਸਤੇ ਤੁਸੀਂ ਸਾਨੂੰ ਤਿਆਰ ਕਰ ਰਹੇ ਹੋ। ਪੋਜ਼ਿਟਿਵ ਗੱਲਾਂ ਜਿਹੜੀਆਂ ਜੀ ਉਹ ਜਿਸ ਤਰ੍ਹਾਂ ਤੁਸੀਂ ਸੋਚਣਗੇ ਉਹ ਪ੍ਰੈਕਟੀਕਲੀ ਵੀ ਹੁੰਦਾ ਜਾਂਦਾ ਹੈ। ਫਿਰ ਨੀਂਦ ਨਹੀਂ ਆਏਗੀ, ਝੁਟਕਾ ਨਹੀਂ ਆਏਗਾ। ਕਿਉਂ? ਜਦੋਂ ਸਾਡਾ ਮਨ ਰਚਨਾਤਮਕ ਗੱਲਾਂ 'ਚ ਹੈਗਾ ਤੇ ਉਸ ਵੇਲੇ ਝੁਟਕੇ ਨਹੀਂ ਆਉਂਦੇ, ਕਮਾਈ ਹੋ ਰਹੀ ਹੈ। ਬਾਬਾ ਜਿਸ ਤਰ੍ਹਾਂ ਕਦੀ ਕਦੀ ਮਿਸਾਲ ਦਿੰਦੇ ਕਿ ਕਦੀ ਕਦੀ ਦੁਕਾਨ ਜਦੋਂ ਖੋਲ੍ਹਦੇ ਆ ਤੇ ਕਮਾਈ ਹੁੰਦੀ ਹੈ ਬਹੁਤ, ਰਾਤ ਦੇ 12 ਵਜੇ ਤਾਈਂ ਵੀ ਜੀ ਉਹ ਜਹਾਜ਼ ਆਉਂਦੇ ਸੀ ਤਾਂ ਉਸ ਵੇਲੇ ਜਹਾਜ਼ ਦੇ ਲੋਕਾਂ ਨੂੰ ਆਪਣੀ ਜਿਊਲਰੀ ਵਗੈਰਾ ਜੋ ਕੁਝ ਵੀ ਹੋਏ ਉਹ ਵੇਚਦੇ ਸੀ ਤੇ ਖੂਬ ਕਮਾਈ ਹੁੰਦੀ ਸੀ। ਤੇ ਉਸ ਵੇਲੇ ਝੁਟਕੇ ਨਹੀਂ ਆਉਂਦੇ। ਜੀ ਔਰ ਜਦੋਂ ਇਹੋ ਜਿਹਾ ਕੋਈ ਪ੍ਰਸੰਗ ਨਾ ਹੋਏ ਤੇ ਤਾਂ ਤੇ 8 ਵਜੇ ਹੀ ਮਨ 'ਚ ਆਉਣ ਲੱਗਦਾ ਹੀ ਹੁਣ ਬਸ ਬਹੁਤ ਹੋ ਗਿਆ, ਚਲੋ ਘਰ ਖਾਣਾ ਖਾ ਕੇ ਸੌ ਜਾਣਾ ਹੈ। ਬਿਲਕੁਲ ਬਿਲਕੁਲ। ਲੇਕਿਨ ਉਸ 'ਚ ਇੱਕ ਗੱਲ ਇਹ ਵੀ ਆਉਂਦੀ ਕਿ ਅਗਰ ਅਸੀਂ ਕੰਟੀਨਿਊ 1 ਘੰਟਾ ਯੋਗ ਕੀਤਾ, ਸਥਿਤੀ ਬਹੁਤ ਅੱਛੀ ਬਣੀ ਰਹੀ, ਲੇਕਿਨ ਕੋਈ ਵਿੱਚ ਆ ਕੇ ਡਿਸਟਰਬ ਕਰਤਾ, ਫਿਰ ਉਹ ਸਥਿਤੀ ਥੋੜਾ ਡਗਮਗਾ, ਉਹਨੂੰ ਕੰਟੀਨਿਊ ਰੱਖਣ ਵਾਸਤੇ ਕੀ ਕਰਨਾ? ਮਤਲਬ ਉਹੀ ਲਕਸ਼ ਲੈ ਕੇ ਚੱਲਣਾ ਜਾਂ ਫਿਰ ਕਿਆ ਸੋਚਣਾ ਨਹੀਂ ਕੋਈ ਗੱਲ ਨਹੀਂ ਇਹ ਹੋ ਗਿਆ, ਮਤਲਬ ਕੁਛ ਇੱਦਾਂ ਕਰਕੇ ਤੁਸੀਂ ਆਪਣਾ ਇਹ ਸਥਿਤੀ ਨੂੰ ਇੱਕ ਸਥਿਰ ਕਿੱਦਾਂ ਬਣਾਉਂਦੇ ਅਗਰ ਕੋਈ ਬਾਈ ਚਾਂਸ ਤੁਹਾਨੂੰ ਡਿਸਟਰਬ ਕਰ ਦਿੰਦਾ ਤਾਂ? ਡਿਟੈਚਡ ਰਹਿਣ ਦਾ ਥੋੜਾ ਅਭਿਆਸ ਚਾਹੀਦਾ। ਅੱਛਾ। ਹੁਣ ਤੁਸੀਂ ਜਿਸ ਤਰ੍ਹਾਂ ਬੜੇ ਮਗਨ ਹੋ ਕੇ ਬੈਠੇ ਹੋ, ਕੋਈ ਆਉਂਦਾ ਹੀ ਜਾਂਦਾ ਹੀ ਕੁਛ ਬੋਲਦਾ ਵੀ ਹੈ, ਪਰ ਤੁਹਾਡਾ ਮਨ ਨਹੀਂ ਹੈ ਉਹਨਾਂ ਗੱਲਾਂ 'ਚ। ਤੁਹਾਡੇ ਮਨ 'ਚ ਇਹੀ ਹੈ ਕਿ ਅਸੀਂ ਇਸ ਵੇਲੇ ਹੋਰ ਕਿਸੇ ਗੱਲ 'ਚ ਮਨ ਨਾ ਲਗਾਈਏ। ਅੰਮ੍ਰਿਤ ਵੇਲੇ ਜਿਹੜਾ ਟਾਈਮ ਹੈ, ਇਹੋ ਜਿਹਾ ਟਾਈਮ ਫਿਰ ਬਾਅਦ 'ਚ ਨਹੀਂ ਮਿਲੇਗਾ। ਤੇ ਉਸ ਕਰਕੇ ਕੁਛ ਬੋਲਣ ਦੀ ਲੋੜ ਨਹੀਂ ਹੈ, ਰਿਐਕਟ ਕਰਨ ਦੀ ਲੋੜ ਨਹੀਂ ਹੈ, ਚੁੱਪਚਾਪ ਬੈਠੇ ਰਹੋ ਔਰ ਇਸ ਤਰ੍ਹਾਂ ਹੱਥ ਕਰ ਦੇਈਦਾ ਹੀ। ਅੱਛਾ। ਬਾਅਦ 'ਚ ਕਰਾਂਗੇ ਇਸ ਗੱਲਾਂ 'ਚ, ਜੋ ਵੀ ਗੱਲ ਕਰਨੀ ਅਸੀਂ ਬਾਅਦ 'ਚ ਕਰਾਂਗੇ। ਅੱਛਾ। ਬਹੁਤ ਕੋਈ ਅਰਜੈਂਟ ਕਿਸੇ ਕੋਈ ਹੁੰਦੀ ਹੈ ਗੱਲ, ਕੋਈ ਇਹੋ ਜਿਹਾ ਸਮਾਚਾਰ ਹੁੰਦਾ ਹੈ ਤਾਂ ਉਸ ਵੇਲੇ 1 ਸੈਕਿੰਡ ਲੱਗਦਾ ਹੀ, ਸੁਣ ਲਓ, ਅੱਛਾ ਠੀਕ ਹੈ, ਉਹ ਬਸ। ਤੇ ਇਹ ਲੇਕਿਨ ਪ੍ਰੈਕਟਿਸ ਬਹੁਤ ਚਾਹੀਦੀ। ਹਾਂ, ਉਹੀ ਨਹੀਂ ਹੁੰਦੀ, ਕਦੇ ਕਦੇ ਹੋ ਜਾਂਦੀ, ਕਦੇ ਕਦੇ ਨਹੀਂ ਹੁੰਦੀ। ਤਾਂ ਹੀ ਤੇ ਪੁਰਸ਼ਾਰਥੀ ਜੀਵਨ ਕਹਾਉਂਦਾ ਹੀ ਜੀ। ਪੁਰਸ਼ਾਰਥੀ ਜੀਵਨ ਹੀ ਤਾਂ ਨਾਮ ਪਿਆ ਹੀ ਇਹਦਾ। ਨਹੀਂ ਤੇ ਫਿਰ ਤੇ ਤੁਸੀਂ ਬਾਬਾ ਨੂੰ ਯਾਦ ਕੀਤਾ, ਬਣ ਗਏ ਬਾਬਾ ਦੇ, ਸਾੜੀ ਸਫੇਦ ਪਹਿਨ ਲਈ
दीदी बन गई, फिर बाकी क्या ਅੱਜ ਦੀ ਮੁਰਲੀ 'ਚ ਵੀ ਸੀ। ਜੀ ਜੀ ਕਈ ਇਹੋ ਜਿਹੇ ਬੱਚੇ ਸ਼ੁਰੂ 'ਚ ਸਮਝਦੇ ਬਸ ਅਸੀਂ ਸਭ ਕੁਝ ਪਾ ਸਭ ਲਿਆ, ਪਾ ਲਿਆ। ਔਰ ਫਿਰ ਮਾਇਆ ਦਾ ਜਦੋਂ ਸਾਹਮਣਾ ਹੁੰਦਾ ਹੀ ਤੇ ਫਿਰ ਠੰਡੇ ਹੋ ਜਾਂਦੇ। ਉਹ ਠੰਡੇ ਤੇ ਕਿਆ ਬਾਬਾ ਤੇ ਕਹਿੰਦਾ ਫਿਰ ਗੁੰਮ ਹੀ ਹੋ ਜਾਂਦੇ। ਤੇ ਇਸ ਕਰਕੇ ਇਹ ਲਾਈਫ ਲੌਂਗ ਲਰਨਿੰਗ ਹੈ ਈਸ਼ਵਰੀ ਗਿਆਨ ਔਰ ਯੋਗ ਦੀ, ਔਰ ਬੜੀ ਮਹੀਨਤਾ 'ਚ ਇਹਦੇ 'ਚ ਜਾਣਾ ਪੈਂਦਾ ਹੈ, ਬਹੁਤ ਮਹੀਨਤਾ 'ਚ। ਇਹਦੀ ਮਹੀਨਤਾ ਕਿਆ ਸਿਰਫ ਮੁਰਲੀ ਜਾਂ ਕੁਝ ਹੋਰ ਵੀ ਗਹਿਰਾਈ ਗੱਲ ਹੁੰਦੀ, ਮਤਲਬ ਬਾਬਾ ਦੀ ਹੋਰ ਵੀ ਗੱਲਾਂ ਹੈ? ਨਹੀਂ, ਆਪਣੇ ਜੋ ਅਸੀਂ ਗਿਆਨ ਲਿਆ, ਯੋਗ ਸਿੱਖਿਆ, ਉਹਦੇ ਔਰ ਸਾਨੂੰ ਜਚਦਾ ਹੀ ਉਹ, ਅੱਛਾ ਦਿਲ ਨੂੰ ਜਚਦਾ ਹੀ, ਤੇ ਉਹਦੇ ਹਿਸਾਬ ਨਾਲ ਅਸੀਂ ਆਪਣੇ ਲਾਈਨ ਆਫ ਥਿੰਕਿੰਗ ਉਸ ਨੂੰ ਅੱਛੀ ਤਰ੍ਹਾਂ ਸੈੱਟ ਕਰੀਏ। ਫਿਰ ਲਾਈਨ ਆਫ ਸਪੀਚ, ਬੜੀ ਮਿੱਠੀ ਸਪੀਚ ਚਾਹੀਦੀ ਹੈ, ਭਾਵੇਂ ਕਿਤਨਾ ਵੀ ਅਪੋਜੀਸ਼ਨ ਹੋ ਰਹੀ ਹੈ, ਕੁਝ ਵੀ ਹੋ ਰਿਹਾ ਹੈ, ਪਰ ਸਾਨੂੰ ਉਦਵੇਗ ਨਹੀਂ ਆਉਣਾ ਚਾਹੀਦਾ। ਇਹ ਨਹੀਂ ਕਿ ਦੂਸਰਾ ਥੋੜ੍ਹਾ ਜਿਹਾ ਨਾਰਾਜ਼ ਹੋ ਕੇ ਗੱਲ ਕਰਦਾ ਤੇ ਤੁਸੀਂ ਅੱਗੇ ਹੋਰ ਸ਼ਾਊਟ ਕਰ ਦਿਓ, ਉਹ ਨਹੀਂ ਚਾਹੀਦਾ। ਬਿਲਕੁਲ ਪੀਸਫੁਲੀ। ਕਿਉਂ? ਬੜੀ ਸਿੱਧੀ ਜੀ ਗੱਲ ਹੈ, ਅਗਰ ਕਿਤੇ ਅੱਗ ਲੱਗੀ ਹੋਈ ਹੋਏ ਤੇ ਉਹਦੇ ਉੱਪਰ ਪਾਣੀ ਪਾਉਣਾ ਪਏਗਾ ਤਾਂ ਹੀ ਉਹ ਬੁਝਣੀ। ਜੇ ਤੁਸੀਂ ਉਹਦੇ 'ਚ ਹੋਰ ਤੇਲ ਪਾ ਦਿੱਤਾ ਤੇ ਫਿਰ ਤੁਸੀਂ ਹੋਰ ਜ਼ਿਆਦਾ ਜਲਦੀ। ਹਾਂਜੀ ਜੀ, ਪਰ ਤੁਸੀਂ ਇੱਕ ਗੱਲ ਇਸ ਵੇਲੇ ਬੋਲੀ ਕਿ ਮਤਲਬ ਨਾਰਾਜ਼ ਹੋ ਕੇ ਉਹਨੂੰ ਹੋਰ ਜ਼ਿਆਦਾ ਪ੍ਰੈਸ਼ਰ ਨਹੀਂ ਕਰਨਾ, ਲੇਕਿਨ ਉਸ 'ਚ ਇੱਕ ਛੋਟੀ ਜਿਹੀ ਗੱਲ ਇੱਦਾਂ ਆਉਂਦੀ ਕਿ ਅਗਰ ਅਸੀਂ ਸੱਚ ਹੈ, ਮਤਲਬ ਉਹ ਕੋਈ ਗੱਲ ਝੂਠੀ ਬੋਲਿਆ ਕਰਦਾ, ਲੇਕਿਨ ਬੋਲਦੇ ਕਿ ਸੱਚ ਆਣੇ ਸਮੇਂ 'ਚ ਸੱਚ ਵੀ ਆਪਣੇ ਆਪ ਸਾਹਮਣੇ ਆਉਂਦਾ, ਲੇਕਿਨ ਜੋ ਸਮੇਂ ਬੀਤ ਗਿਆ ਫਿਰ ਸੱਚਾਈ ਸਾਹਮਣੇ ਆਈ, ਫਿਰ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਹੁੰਦਾ, ਫਿਰ ਬਾਅਦ 'ਚ ਬੋਲਦੇ ਕਿ ਇਹ ਡਰਾਮਾ ਹੀ ਥਾ। ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਹੈ ਕਿ ਡਰਾਮਾ 'ਚ ਹੀ ਲਿਖਿਆ ਜੋ ਵਾ। ਸੱਚਾਈ ਹੈ तो सच्चाई तो सच्चाई रहेगी ना। उस ਵੇਲੇ ਉਹ ਕੋਈ ਸੱਚਾਈ ਮੰਨਦਾ ਹੀ ਨਹੀਂ, ਫਿਰ ਨਾ ਮੰਨੇ, ਉਹ ਮੰਨੇ ਨਾ ਮੰਨੇ, ਪਰ ਤੁਸੀਂ ਆਪਣੇ ਸੱਚਾਈ ਤੇ ਕਾਇਮ ਰਹੋ ਬਸ। ਤੇ ਤੁਸੀਂ ਆਪਣੇ ਮਨ 'ਚ ਬੜੇ ਸ਼ਾਂਤ ਰਹਿਣਗੇ, ਸਟੈਬਿਲਿਟੀ ਰਹੇਗੀ ਮਾਈਂਡ 'ਚ। ਅਗਰ ਤੁਸੀਂ ਸੱਚਾਈ ਤੇ ਨਹੀਂ, ਔਰ ਆਪਣੀ ਕੋਈ ਗੱਲ ਨੂੰ ਤੁਸੀਂ ਸਿੱਧਾ ਨਾ ਬੋਲ ਸਕਦੇ ਹੋ, ਨਾ ਉਹਨੂੰ ਗੋਲ-ਮੋਲ ਕਰਕੇ ਬੋਲ ਰਹੇ ਹੋ, ਤੇ ਉਹ ਤੁਹਾਡੇ ਚਿਹਰੇ ਤੇ ਵੀ ਆ ਜਾਏਗਾ, ਅੱਖਾਂ 'ਚ ਵੀ ਆ ਜਾਏਗਾ, ਮੁਖ ਤੇ ਵੀ ਆ ਜਾਏਗਾ, ਔਰ ਫਿਰ ਇੱਕ ਝੂਠ ਬੋਲਣ ਵਾਸਤੇ ਉਹਦੇ ਨਾਲ 10 ਦੂਸਰੇ ਬੋਲਣੇ ਪੈਂਦੇ ਆ ਉਹਨੂੰ ਛੁਪਾਉਣ ਵਾਸਤੇ। ਤੇ ਇਸ ਕਰਕੇ ਤਾਈਂ ਤੇ ਸੰਤਾਂ ਨੇ ਖਾਸ ਕਿਹਾ ਹੀ, ਸੱਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ। ਐਵੇਂ ਹੀ ਨਹੀਂ ਕਿਹਾ, ਪ੍ਰੈਕਟੀਕਲ। ਜੀ ਭਾਜੀ, ਅਗਲਾ ਇੱਕ ਪ੍ਰਸ਼ਨ ਆਇਆ, ਉਹ ਬੋਲਦੇ ਕਿ ਬਾਬਾ ਬੋਲਦੇ ਡਰਾਮਾ ਡਰਾਮਾ ਡਰਾਮਾ, ਮਤਲਬ ਡਰਾਮਾ 'ਚ ਲਿਖਿਆ ਵਾ ਇਹ ਹੈ, ਤਾਂ ਡਰਾਮਾ ਕਹਿਣੇ ਦਾ ਅਧਿਕਾਰੀ ਕੌਣ ਹੋ ਸਕਦਾ? ਤੁਸੀਂ। ਲੇਕਿਨ ਹਾਲੇ ਕੋਈ ਗੱਲ ਤੁਸੀਂ ਆਪਣੇ ਪਾਰਟ ਦੇ ਹੀਰੋ ਹੈਗੇ ਹੋ। ਅੱਛਾ, ਜੋ ਵੀ ਪਾਰਟ ਤੁਹਾਡਾ ਹੈ ਉਸ ਦੇ ਤੁਸੀਂ ਹੀਰੋ ਐਕਟਰ ਹੈ, ਉਸ ਨੂੰ ਤੁਸੀਂ ਅੱਛੇ ਤੋਂ ਅੱਛਾ ਪਾਰਟ ਵਜਾਉਣਗੇ ਹੋ ਤੇ ਤੁਹਾਡਾ ਮਨ ਵੀ ਖੁਸ਼ ਰਹੇਗਾ, ਦੁਨੀਆ ਵੀ ਤੁਹਾਡੇ ਨਾਲ ਖੁਸ਼ ਰਹੇਗੀ। ਔਰ ਅਗਰ ਤੁਸੀਂ ਗਲਤ ਕੁਝ ਕਰਨਗੇ ਹੋ ਤੇ ਫਿਰ ਆਪਣੇ ਆਪ ਨੂੰ ਬਚਾਉਣ ਵਾਸਤੇ ਕਹੋ ਬਈ ਡਰਾਮਾ 'ਚ ਮੇਰਾ ਇਹ ਪਾਰਟ ਸੀ, ਮੈਂ ਕੀ ਕਰ ਸਕਦਾ ਹਾਂ, ਤੇ ਇਹ ਨਹੀਂ ਚੱਲੇਗਾ, ਇਹ ਗਲਤ ਹੈ। ਤੁਸੀਂ ਆਪਣੀ ਜ਼ਿੰਮੇਵਾਰੀ ਨੂੰ ਸਮਝੋ ਨਾ। ਅੱਛਾ, ਉਹ ਡਰਾਮਾ 'ਚ ਆਉਂਦਾ? ਡਰਾਮਾ ਤੇ ਬਾਅਦ 'ਚ ਆਉਂਦਾ ਹੀ, ਪਹਿਲੇ ਤੁਹਾਡੀ ਜ਼ਿੰਮੇਵਾਰੀ ਹੈ ਨਾ।
ਪਹਿਲੇ ਤਾਂ ਕਰਮ ਕਰਨ ਤੋਂ ਪਹਿਲੇ ਸੰਕਲਪ ਆਉਂਦਾ ਹੀ, ਸੰਕਲਪ ਕਰਨ ਤੋਂ ਬਾਅਦ ਫਿਰ ਤੁਸੀਂ ਜੱਜ ਕਰਦੇ ਹੋ ਰਾਈਟ ਔਰ ਰੋਂਗ, ਹਾਂਜੀ ਔਰ ਫਿਰ ਅਗਰ ਤੁਹਾਡੀ ਜਜਮੈਂਟ ਠੀਕ ਹੈ ਠੀਕ। ਤੇ ਤੁਸੀਂ ਰੋਂਗ ਨਹੀਂ ਕਰਨਗੇ, ਫਿਰ ਤੁਸੀਂ ਰਾਈਟੀਅਸ ਕੰਮ ਹੀ ਕਰਨਗੇ। ਜਦੋਂ ਰਾਈਟੀਅਸ ਕਰਨਗੇ ਤੇ ਫਿਰ ਤੁਹਾਨੂੰ ਕੋਈ ਪਛਤਾਤਾਪ ਕਰਨ ਦੀ ਲੋੜ ਨਹੀਂ। ਫਿਰ ਤਾਂ ਉਹ ਡਰਾਮਾ ਕਹਿਣੇ ਦੇ ਅਧਿਕਾਰੀ ਫਿਰ ਬਾਅਦ ਚ ਤਾਂ ਕਹਾਂਗੇ ਨਾ, ਉਹ ਦੇਖੋ ਡਰਾਮਾ ਕਿਤਨਾ ਅੱਛਾ ਪਾਰਟ ਸੀ, ਅਸੀਂ ਉਸ ਵੇਲੇ ਬਿਲਕੁਲ ਧਿਆਨ ਦਿੱਤਾ ਤੇ ਸਭ ਠੀਕ ਹੋ ਗਿਆ। तो उससे ये भी बोल सकते कि ये कल्याणकारी था, मतलब उससे ये भी बोल सकते कि ये कल्याणकारी ही था। कल्याणकारी तो है ही। जी भाजी, संगम युग च मुक्ति जीवन मुक्ति ਦਾ ਅਨੁਭਵ ਕੌਣ ਤੇ ਕਿੱਦਾਂ ਕਰ ਸਕਦੇ? क्या ਅਸੀਂ ब्राह्मण बच्चे ही? ब्रह्मा कुमार और ब्रह्मा कुमारी कर सकते हैं और करते हैं। अगर किसी नाल कोई दुश्मनी नहीं है, अच्छा कोई ईर्षा नहीं है, कोई द्वेष नहीं है, तो ਉਹ ਤੁਸੀਂ ਦੇਖਣਗੇ ਹੋ ਕਿ ਤੁਸੀਂ ਸਦਾ ਮੁਸਕਰਾਉਂਦੇ ਰਹਿਣਗੇ, ਖੁਸ਼ ਰਹਿਣਗੇ, ਸੁਖੀ ਰਹਿਣਗੇ। और दूसरा है कि कई लोगों की हैबिट हो जाती, हैबिट दो तीन गल्लां ਉਹਦੇ ਚ ਆਉਂਦੀਆਂ ਹੀ। ਉਹ ਕਿਹੜੀ? ਇੱਕ ਤੇ ਹੈ ਕਿ खुद एक्यूरेट नहीं है। नहीं, अच्छा दूसरे दी ਗਿਲਾਨੀ ਕਰਨਾ, गलतियां निकालना या हाँ, अच्छा ਗਿਲਾਨੀ ਉਹਨੂੰ ਕਿਹਾ ਜਾਂਦਾ ਹੈ। जी और फिर तीसरा है कि चलो किसी ਦੀ ਕੋਈ ਗਲਤੀ ਹੈ ਵੀ ਤੇ ਉਹਨੂੰ ਸਮਾਉਣ ਦੀ ਬਜਾਏ ਉਹਦੀ ਚਰਚਾ ਖੂਬ ਕਰਨੀ ਲੋਕਾਂ ਦੇ ਨਾਲ, ਉਹਨੂੰ ਫੈਲਾਉਂਦੇ ਨੇ अच्छा ਤੇ ਉਹਦੇ ਕਰਕੇ ਉਸ ਆਤਮਾ ਦੇ ਪ੍ਰਤੀ ਉਹ ਫਾਇਦੇ ਦੀ ਗੱਲ ਤੇ ਕੁਛ ਨਹੀਂ ਕਰ ਰਹੇ, हाँ नुकसान ही। ਉਹਨੂੰ ਨੁਕਸਾਨ ਹੋਏਗਾ ਔਰ ਲੋਕਾਂ ਦੀ ਨਜ਼ਰ 'ਚ ਉਹ ਗਿਰ ਜਾਣਗੇ, ਭਾਵੇਂ ਉਹਨਾਂ ਨੇ ਕੁਝ ਕੀਤਾ ਜਾਂ ਨਹੀਂ ਕੀਤਾ, ਇਹੋ ਜਿਹੀਆਂ ਗੱਲਾਂ। ਇਸ ਕਰਕੇ ਬਹੁਤ ਧਿਆਨ ਰੱਖਣਾ ਪੈਂਦਾ ਹੀ, ਮਨ ਵਾਣੀ ਕਰਮ 'ਚ करम च ਨਾ ਦੁੱਖ ਦੋ ना दुख लो। ਨਾ ਦੁੱਖ ਲੋ, ਇਹਦੇ 'ਚ ਸਾਰਾ ਗਿਆਨ ਆ ਜਾਂਦਾ। ਤੇ ਉਹ ਜੀਵਨ ਮੁਕਤੀ ਸੁੱਖ ਦੋ ਸੁੱਖ ਲਓ। ਸੁੱਖ ਲੋ, ਬਸ। ਹੋਰ ਦੱਸੋ? ਜੀ ਭਾਜੀ, ਤੁਸੀਂ ਪਿਛਲੇ ਕੁਝ ਐਪੀਸੋਡ 'ਚ ਸਾਨੂੰ ਇੱਕ ਗੱਲ ਦੱਸੀ ਸੀ ਕਿ ਜਿੱਦਾਂ ਇੱਕ ਜਿਹੜਾ ਸੰਤ ਥੇ, ਸੰਨਿਆਸੀ ਥੇ, ਉਹਨਾਂ ਨੇ ਆਪਣੀ ਗੱਦੀ ਤੇ ਉੱਠ ਕੇ ਆਪਣਾ ਮਤਲਬ ਇੱਕ ਸਰੀਰ ਤਿਆਗਿਆ, ਤਾਂ ਬਾਬਾ ਜਿੱਦਾਂ ਬੋਲਦੇ ਕਿ ਆਤਮਘਾਤ ਮਹਾਪਾਪ ਹੁੰਦਾ, ਤਾਂ ਉਹ ਸਰੀਰ ਆਪਣੇ ਆਪ ਤੇ ਛੱਡਿਆ ਮੈਂ ਸਮੇਂ ਆਣੇ ਤੇ ਪਹਿਲੇ। ਆਪ ਘਾਤ ਨਹੀਂ ਕੀਤਾ, ਅੱਛਾ, ਨਹੀਂ, ਲੇਕਿਨ ਸਮੇਂ ਆਣੇ ਤੇ ਪਹਿਲੇ ਆਪਣੇ ਆਪ ਸਰੀਰ ਛੱਡ ਦੇਣਾ, ਉਹ ਸਮੇਂ ਆਇਆ ਤਾਂ ਹੀ ਤਾਂ ਛੱਡ ਸਕਦਾ ਹੀ, ਨਹੀਂ ਤਾਂ ਨਹੀਂ ਛੱਡ ਸਕਦਾ। ਮਤਲਬ ਆਪਣੇ ਆਪ ਸਰੀਰ ਛੱਡਣਾ ਉਹ ਵੀ ਸਮੇਂ ਆਣੇ ਪਰ ਹੀ ਹੋਇਆ। ਹਾਂ, ਉਹਦੇ 'ਚ ਕੋਈ ਉਹਨਾਂ ਨੇ ਮਿਹਨਤ ਨਹੀਂ ਕੀਤੀ ਹੈ, ਅੱਛਾ ਸੰਕਲਪ ਕੀਤਾ ਬਸ ਕਿ ਹੁਣ ਮੇਰਾ ਟਾਈਮ ਪੂਰਾ ਹੋ ਗਿਆ, ਅੱਛਾ ਉਮਰ ਹੋ ਗਈ, ਕਾਫੀ ਉਮਰ ਹੋ ਗਈ ਨਾ, ਤੇ ਇਹ ਹੁਣ ਇੱਕ ਵਸਤਰ ਹੈ, ਇਸ ਨੂੰ ਮੈਂ ਤਿਆਗ ਕਰ ਦੇਣਾ ਹੀ ਬਸ। ਮਤਲਬ ਉਹ ਉਹਨਾਂ ਦਾ ਸਮੇਂ ਪੂਰਾ ਫਿਕਸ ਥਾ ਕਿ ਬਈ ਅਬ ਮੈਂ ਸਰੀਰ त्यागना। ये तो दुनिया देखो इतना ज्ञान है चारों तरफ, एस्ट्रोलॉजी है और भविष्यवाणी करने वाले है, किसी दे लाइफ दे बारे च भी ये कितने साल इन्हां दी उम्र है, किस तरह शरीर छड्डणगे, सारियां गल्लां बहुत लोग करते हैं।
ਇਸ ਇਹ ਜਿੰਨੀਆਂ ਰਾਸ਼ੀ ਹੈਗੀ ਹੈ ਤਾਂ ਕਈ ਉਹਦੇ ਬਾਰੇ 'ਚ ਹਰ ਇੱਕ ਦੇ ਬਾਰੇ 'ਚ ਕੁਛ ਨਾ ਕੁਛ ਸੁਣਾਉਂਦੇ ਰਹਿੰਦੇ ਨੇ। ਜੀ ਭਾਜੀ। ਆਹ ਤੁਸੀਂ ਨਾ ਉਸ ਚੱਕਰ 'ਚ ਪੈਣਾ। ਨਹੀਂ ਭਾਜੀ। ਜੀ ਭਾਜੀ, ਤੁਸੀਂ ਅੱਜ ਸਾਨੂੰ ਥੋੜ੍ਹਾ ਜਿਹਾ ਇਤਨਾ ਸਾਰੀ ਮਤਲਬ ਆਪਣੇ ਗਿਆਨ ਦੀ ਗੱਲਾਂ ਅਨੁਭਵ ਦੇ ਆਧਾਰ 'ਤੇ ਸਾਨੂੰ ਸੁਣਾਉਂਦੇ ਵੀ, ਔਰ ਇਤਨੇ ਸਮੇਂ 'ਤੇ ਗਿਆਨ ਔਰ ਯੋਗ ਵੀ ਕਰਦੇ ਆਏ। ਕਿਆ ਤੁਸੀਂ 2 ਜਾਂ 3 ਮਿੰਟ ਇਸ ਦੁਨੀਆ ਨੂੰ, ਇਸ ਵਿਸ਼ਵ ਨੂੰ, ਇਸ ਜਿਤਨੀ ਮਹਾਮਾਰੀ ਪਹਿਲੀ ਵੀ ਕਿਆ ਸ਼ਾਂਤੀ ਦਾ ਦਾਨ ਦੇ ਕੇ ਕੁਝ ਅਨੁਭਵ ਕਰਵਾ ਸਕਦੇ? ਬਹੁਤ ਹੀ ਅੱਛੀ ਗੱਲ ਹੈ। ਹੁਣ ਆਰਾਮ ਨਾਲ ਬੈਠੋ, ਬੜੇ ਰਿਲੈਕਸ ਹੋ ਕਰਕੇ, ਔਰ ਆਪਣੇ ਮਨ ਨੂੰ ਸੰਕਲਪ ਦਿਓ ਕਿ ਮੈਂ ਲਾਈਟ ਸਰੂਪ ਆਤਮਾ ਸਰੀਰ ਤੋਂ ਨਿਆਰਾ ਹੋ ਕਰਕੇ ਪਰਮ ਧਾਮ ਨਿਵਾਸੀ शिव बाबा ਦੇ ਕੋਲ ਜਾ ਕਰਕੇ शिव बाबा ਦੇ ਸੰਗ ਦੇ ਰੰਗ 'ਚ ਆਪਣੇ ਆਪ ਨੂੰ ਲਾਈਟ ਔਰ ਮਾਈਟ ਨਾਲ रंग लेना, सशक्त बनाना, और इतने तक सशक्त बनाना कि मैं ईश्वरी शक्ति का जिहड़ा प्रकंपन हैगे ने वो सारे विश्व के कल्याण वास्ते परम धाम तो इस संसार नूं दे रहा है। इस संकल्प च अपने मन नूं टिका देणगे हो तो तुसी बहुत वड्डी सेवा करनगे हो। इनू कहंदे सूक्ष्म सेवा। ओम शांति, ओम शांति, ओम शांति।